ਧਰਮਖੰਡ ਜਪਜੀ ਸਾਹਿਬ ਦੀ 34ਵੀਂ ਪੌੜੀ ਦਰਸਾਉਂਦੀ ਹੈ ਕਿ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ। ਮਈ ਕੁਦਰਤੀ ਸਾਜਨਾ ਕਰਤੇ ਅਕਾਲ ਪੁਰਖ ਅਕਾਲ ਦੀ ਸਾਜੀ ਹੋਈ ਹੈ। ਉਸੇ ਕੁਦਰਤ ਦੀ ਰਚਨਾ ਅੰਦਰ ਇੱਕ ਧਰਮਸਾਲ ਰੂਪੀ ਸੂਖਮ ਧਰਤ ਮੰਡਲ ਵੀ ਸਾਜਣਹਾਰੇ ਨੇ ਸਾਜ ਰੱਖਿਆ ਹੈ। ਇਸ ਧਰਤੀ ਤੋਂ ਮੁਰਾਦ ਇਹ ਮਾਤ ਲੋਕੀ ਧਰਤੀ ਨਹੀਂ, ਬਲਕਿ ਉਹ ਦਿਵਦੀਪ ਮੰਡਲ ਹੈ ਜਿੱਥੇ ਅਕਾਲ ਪੁਰਖ ਦਾ ਥਾਪਿਆ ਧਰਮਰਾਜ ਬੈਠ ਕੇ ਨਿਆਂ ਵਿਚਾਰਦਾ ਹੈ। ਇਸ ਧਰਮ ਧਰਤ ਮੰਡਲ ਨੂੰ ਆਪਣੀ ਇਸ ਦੁਨਿਆਵੀ ਧਰਤੀ ਦੀ ਸਥੂਲਤਾ ਦੀ ਤੁਲਤਾ ਦੇਣੀ ਅਗਿਆਨਤਾ ਹੈ। ਇਹ ਮੰਡਲ ਅਤ ਸੂਖਮ ਮੰਡਲ ਹੈ ਜੋ ਧਰਮ ਨਿਆਂ ਵਿਚਾਰਨ ਹਿਤ ਧਰਮਸਾਲ ਹੈ। ਬਾਕੀ ਮਾਤ ਲੋਕ ਆਦਿ ਜੋ ਮੰਡਲ ਹਨ ਉਹ ਸਭ ਕਰਮ ਭੂਮੀਆਂ ਅਰਥਾਤ ਕਰਮ ਖੇਤਰ ਹਨ, ਜਿੱਥੇ ਕਮਾਤੇ ਕਰਮਾਂ ਦਾ ਲੇਖਾ ਇਸ ਧਰਮਸਾਲ ਵਿੱਚ ਹੁੰਦਾ ਹੈ। ਇੱਥੇ ਦਾ ਧਰਮਰਾਜ ਵੀ ਇਸ ਧਰਤੀ ਦੇ ਰਾਜਿਆਂ ਵਰਗਾ ਨਹੀਂ, ਅਕਾਲ ਪੁਰਖ ਦਾ ਨਿੱਜੀ ਰੂਪ ਅਸਥਾਪਿਆ ਹੋਇਆ ਦੇਵ ਦਿਵ ਮੂਰਤ ਕਾਲ ਰਹਿਤ ਅਕਾਲ ਮੂਰਤ ਦੀ ਨਿਜ ਸ਼ਕਤ ਸਮਰਥਨੀ ਧਰਮ ਨਿਆਂ ਕਲਾ ਵਾਲਾ ਧਰਮ ਕਲਾ ਅਭੇਦ ਰੂਪ ਨਿਜ ਸਵਰੂਪ ਮੂਰਤੀ ਮਾਨ ਡਿਪਟੀ ਹੈ। ਇਸ ਧਰਮ ਰਾਜ ਨੂੰ ਦੁਨਿਆਵੀ ਰਾਜਿਆਂ ਵਾਂਗੂ ਨਿਆਂ ਇਨਸਾਫ ਵਿਚਾਰਨ ਲਈ ਗਵਾਈਆਂ ਸ਼ਾਦੀਆਂ ਦੀ ਲੋੜ ਨਹੀਂ। ਇਸ ਨੂੰ ਅਕਾਲ ਪੁਰਖ ਦੀ ਧੁਰ ਹੁਕਮ ਧੁਰੰਧਰੀ ਅੰਤਰਯਾਤਮਾ ਪ੍ਰਾਪਤ ਹੈ, ਜਿਸ ਦੁਆਰਾ ਇਹ ਆਪੇ ਹੀ ਸੱਚਾ ਨਿਆਂ ਵਿਚਾਰਦਾ ਹੈ। ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ। ਇੱਥੇ ਅਕਾਲ ਪੁਰਖ ਦੀ ਅੰਤਰਯਾਮਤਾ ਪ੍ਰਦਾਨਿਆ ਸੱਚਾ ਹੁਕਮ ਹੀ ਵਰਤਦਾ ਹੈ ਅਤੇ ਸੱਚਾ ਨਿਆਂ ਹੀ ਵਿਚਾਰੀਦਾ ਹੈ। ਇਸ ਸੱਚੀ ਧਰਮਸਾਲ ਵਿਖੇ ਅਨੇਕ ਪ੍ਰਕਾਰ ਦੀ ਜੋਨ ਜੁਗਤ ਦੇ ਰੰਗਾਂ ਵਾਲੇ ਅਤੇ ਅਨੇਕ ਅਨੰਤ ਪ੍ਰਕਾਰ ਦੇ ਨਾਵਾਂ ਵਾਲੇ ਜੀ ਜੰਤ ਸਥੂਲ ਧਰਤੀਆਂ ਵਾਲੇ ਹੋਰਨਾਂ ਖੰਡਾਂ ਬ੍ਰਹਿਮੰਡਾਂ ਤੋਂ ਮਰਨ ਪ੍ਰਯੰਤ ਆ ਕੇ ਦਾਖਲ ਹੁੰਦੇ ਹਨ, ਜਿਨ੍ਹਾਂ ਦੇ ਆਪੋ ਆਪਣੇ ਕਰਮਾਂ ਅਨੁਸਾਰ ਸੱਚੜਾ ਵਿਚਾਰ ਹੋ ਕੇ ਨਿਆਂ ਨਿਬੇੜਾ ਹੁੰਦਾ ਹੈ। ਸੱਚਾ ਨਿਆਂ ਨਿਬੇੜਾ ਇਸ ਕਰਕੇ ਹੁੰਦਾ ਹੈ ਕਿ ਨਿਆਂ ਕਰਨ ਵਾਲਾ ਸੱਚਾ ਮੁਨਸਫ ਧਰਮ ਰਾਏ ਆਪ ਸੱਚੜੇ ਅੰਤਰਯਾਮੀ ਅਕਾਲ ਪੁਰਖ ਦਾ ਹੀ ਧਰਮ ਨਿਆਂ ਕਲਾ ਸੰਪੰਨ ਥਾਪਿਆ ਹੋਇਆ ਡਿਪਟੀ ਹੁੰਦਾ ਹੈ। ਤਾਂ ਤੇ ਸੱਚੇ ਦਾ ਇਹ ਨਿਆਂ ਨਿਬੇੜੂ ਦਰਬਾਰ ਹੀ ਸੱਚਾ ਦਰਬਾਰ ਹੈ, ਕੋਈ ਦੁਨਿਆਵੀ ਰਾਜ ਦਰਬਾਰਾਂ ਵਾਲਾ ਅਲਪ ਬੁੱਧਮਤੀ ਨਿਆਂ ਕਰਨ ਵਾਲਾ ਦੜਾ ਦੀਵਾਨ ਨਹੀਂ। ਤਿਸ ਸੱਚੇ ਦੇ ਸੱਚੇ ਦਰਬਾਰ ਵਿਖੇ ਪ੍ਰਵਾਨ ਪਏ ਖਲੋਤੇ ਜਨ ਧਰਮ ਰਾਜ ਦੀ ਧਰਮ ਵਿਚਾਰ ਦੰਡ ਈਨ ਤੋਂ ਨਿਰਲੇਪ ਨਿਰਾਲਮ ਰਹਿੰਦੇ ਹੋਏ ਅਦਭੁਤ ਆਤਮ ਉਭਰਾਓ ਕਲਾ ਨਿਸ਼ਾਨੀ ਹੁੰਦੇ ਹੋਏ ਨਿਰਾਲੇ ਹੀ ਸ਼ੋਭਾ ਪਾਉਂਦੇ ਹਨ। ਉਹ ਧਰਮ ਰਾਏ ਦੇ ਨਿਆਂ ਧਰਮ ਲੇਖੇ ਤੋਂ ਅਪਰੰਪਰ ਰਹਿੰਦੇ ਹਨ। ਧਰਮ ਰਾਏ ਤਿਨਾਂ ਦੇ ਕਰਮ ਧਰਮ ਨਹੀਂ ਵਿਚਾਰ ਸਕਦਾ, ਨਾ ਹੀ ਤਿਨਾਂ ਦੇ ਕਰਮਾਂ ਤੇ ਕੋਈ ਉਟੰਕਣ ਕਰ ਸਕਦਾ ਹੈ। ਧਰਮ ਰਾਏ ਤਿਨਾਂ ਕਾ ਮਿੱਤ ਹੈ ਜਮ ਮਗ ਨ ਪਾਵੈ। ਤਿਨਾਂ ਪੂਰੇ ਪੁਰਖਾਂ ਪੰਚ ਪਰਵਾਨ ਜਨਾਂ ਦੀ ਪੂਰੀ ਨਾਮ ਅਭਿਆਸ ਕਮਾਈ ਵਾਲੇ ਪੂਰੇ ਸੁਫਲ ਕਰਮ ਕਰਮਨ ਸਿਰ ਕਰਮ ਦੇ ਪ੍ਰਭਾਵ ਕਰਕੇ ਤਿਨਾਂ ਦੇ ਦਿਵ ਮੂਰਤੀ ਮਸਤਕ ਉੱਤੇ ਵਾਹਿਗੁਰੂ ਦੀ ਨਦਰ ਦਾ ਨਿਸ਼ਾਨ ਹੁੰਦਾ ਹੈ, ਜਿਸ ਕਰਕੇ ਤਿਨਾਂ ਨਦਰ ਕਰਮ ਦੇ ਧੁਰੋਂ ਬਖਸ਼ੇ ਪੰਚ ਪਰਵਾਨ ਜਨਾਂ ਦੇ ਨੇੜੇ ਧਰਮ ਰਾਏ ਆ ਹੀ ਨਹੀਂ ਸਕਦਾ। ਹੋਰ ਕਿਸੇ ਜਮਜਾ ਗਾਤੀ ਨੇ ਤਾਂ ਕੀ ਆਉਣਾ ਸੀ। ਉਹ ਪੰਚ ਪਰਵਾਨ ਜਨ ਧਰਮ ਮੰਡਲ ਧਰਮਸਾਲ ਦੀ ਨਿਆਂ ਟਕਸਾਲ ਤੋਂ ਸੁਰਖਰੂ ਹੋ ਕੇ ਉਭਰਦੇ ਹਨ। ਇਸ ਮਾਤ ਲੋਕ ਵਿਖੇ ਹੁੰਦਿਆਂ ਵੀ ਤਿਨਾਂ ਪੰਚ ਪਰਵਾਨ ਜਨਾਂ ਦੀ ਧਰਮਖੰਡ ਵਿਖੇ ਸੁਰਤ ਸਮਾਈ ਹੁੰਦੀ ਹੈ, ਅਰਥਾਤ ਉਹ ਇੱਥੇ ਬੈਠਿਆਂ ਹੀ ਧਰਮਖੰਡ ਦਾ ਨਜ਼ਾਰਾ ਦੇਖ ਸਕਦੇ ਹਨ, ਕਿਉਂਕਿ ਇਹ ਦਰ ਮਕਬੂਲ ਪੰਚ ਪਰਵਾਨ ਇੱਥੇ ਇਸ ਲੋਕ ਵਿਖੇ ਵੀ ਗੁਰ ਸੰਗਤ ਅੰਦਰ ਕੀਰਤਨ ਅਤੇ ਸਿਫਤ ਸਲਾਹ ਕਰਦੇ ਹੋਏ ਸੱਚੇ ਦਰਬਾਰ ਵਿਖੇ ਸਮਾਈ ਅਰਥਾਤ ਗਮਤਾ ਰੱਖਦੇ ਹਨ। ਤਿਨਾਂ ਪੰਚ ਪਰਵਾਨ ਪਰਮ ਸ੍ਰੇਸ਼ਟ ਸ਼ਬਦ ਸੁਰਤੀਸ਼ਰਾਂ ਨੂੰ ਚੋਲਾ ਛੱਡਣ ਪਰ ਸੱਚੇ ਦਰਬਾਰ ਦੀ ਪਹੁੰਚ ਸਮਾਈ ਤੋਂ ਕੌਣ ਠਾਕ ਰਹਾ ਸਕਦਾ ਹੈ। ਹੋਰ ਕੱਚਿਆਂ ਪਿੱਲਿਆਂ ਦੀ ਸੋਧ ਸੁਧਾਈ ਅਤੇ ਪਰਖ ਪਰਖਾਈ ਮਈ ਪਕਾਈ ਉੱਥੇ ਧਰਮਖੰਡ ਵਿਖੇ ਜਾ ਕੇ ਹੀ ਹੁੰਦੀ ਹੈ। ਇਸ ਸੱਚੇ ਧਰਮਖੰਡੀ ਦਰਬਾਰ ਵਿਖੇ ਹੀ ਪਤਾ ਲੱਗਦਾ ਹੈ ਕਿ ਕੌਣ ਉੱਤਮ ਹੈ ਅਤੇ ਕੌਣ ਨੀਚ ਹੈ। ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਨ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ,
ਕੱਚ ਪਕਾਈ ਉਥੈ ਪਾਏ, ਨਾਨਕ ਗਇਆਂ ਜਾਪੈ ਜਾਏ। ਤਿੱਥੈ ਉਥੈ ਆਦਿਕ ਪਦਾਂ ਦਾ ਉੱਪਰਲੇ ਗੁਰਵਾਕ ਵਿਖੇ ਆਉਣਾ ਸਿੱਧ ਕਰਦਾ ਹੈ ਕਿ ਕਾਦਰੀ ਕੁਦਰਤ ਦੀ ਅਗਾਹ ਦ੍ਰਿਸ਼ਟ ਰਚਨਾ ਅੰਦਰ ਧਰਮਖੰਡ ਇੱਕ ਅਜਿਹਾ ਅਸਥਾਨ ਹੈ ਜਿੱਥੇ ਬਹਿ ਕੇ ਧਰਮ ਰਾਏ ਸੱਚਾ ਨਿਆਂ ਨਿਬੇੜਦਾ ਹੈ, ਜਿੱਥੇ ਸੱਚੇ ਦਾ ਸੱਚਾ ਦਰਬਾਰ ਨਿਆਂ ਕਚਹਿਰੀ ਵਾਲਾ ਦਰਬਾਰ ਲੱਗਦਾ ਹੈ। ਇਹ ਧਰਮ ਰਾਏ ਖੰਡੀ ਅਸਥਾਨ ਮੰਡਲ ਕਿਸ ਸਾਖਤ ਦਾ ਬਣਿਆ ਹੋਇਆ ਅਤੇ ਕਿਵੇਂ ਕਿਸ ਪ੍ਰਕਾਰ ਦਾ ਨਿਆਂ ਉੱਥੇ ਨਿਬੇੜੀਦਾ ਹੈ, ਇਹ ਭੇਦ ਤਾਂ ਕੇਵਲ ਉਸ ਧਰਮਖੰਡ ਰੂਪੀ ਅਸਥਾਨ ਵਿਖੇ ਗਿਆਂ ਹੀ ਖੁੱਲਦਾ ਹੈ। ਇਹਨਾਂ ਪੰਜ ਭੂਤਕ ਇਲਮ ਇੰਦਰੀਆਂ ਦੁਆਰਾ ਉਸ ਅਸਥਾਨ ਦੀ ਗਹਿਣਗਤ ਵਰਣੀ ਨਹੀਂ ਜਾ ਸਕਦੀ। ਜਿਨ੍ਹਾਂ ਪੁਗ ਖਲੋਤੇ ਪੰਜ ਪਰਵਾਨ ਜਨਾਂ ਨੂੰ ਇੱਥੇ ਇਸ ਮਾਤ ਲੋਕੀ ਮੰਡਲ ਵਿਖੇ ਬੈਠਿਆਂ ਹੀ ਉਸ ਦਿਵ ਮੰਡਲੀ ਅਸਥਾਨ ਧਰਮਖੰਡ ਨੂੰ ਪੇਖਿਆ ਹੈ, ਉਹਨਾਂ ਨੂੰ ਵੀ ਇਹ ਪਰੋਖੋਂ ਨਹੀਂ ਕਿ ਉਹ ਉਸ ਅਸਥਾਨ ਦਾ ਕੋਈ ਨਕਸ਼ਾ ਬੰਨ ਸਕਣ। ਨਕਸ਼ਾ ਬੰਨਣ ਲਈ ਕੋਈ ਅਨੁਮਾਨ ਉਦਾਹਰਣ ਅਜਿਹੇ ਲੋੜੀਂਦੇ ਹਨ ਜਿਨ੍ਹਾਂ ਨੂੰ ਸਮਝ ਕੇ ਇਹ ਮਾਤ ਲੋਕੀ ਸਥੂਲ ਬੁੱਧੀ ਵਾਲੇ ਜੀਵ ਪਤੀਜ ਸਕਣ। ਪਰ ਉਹਨਾਂ ਨੂੰ ਪਤੀਜ ਕਿਵੇਂ ਆਵੇ? ਉਹ ਤਾਂ ਸਥੂਲ ਸ੍ਰਿਸ਼ਟੀ ਪਦਾਰਥਾਂ ਦੇ ਉਦਾਹਰਣ ਦੁਆਰਾ ਹੀ ਪਤੀਜਣਗੇ। ਪਰ ਸਥੂਲ ਸ੍ਰਿਸ਼ਟੀ ਉਦਾਹਰਣਾਂ ਨਾਲ ਘਰ ਪੂਰਾ ਹੋ ਨਹੀਂ ਸਕਦਾ, ਨਾ ਹੀ ਪੂਰਾ ਨਕਸ਼ਾ ਬੱਝ ਸਕਦਾ ਹੈ। ਤਾਂ ਤੇ ਅਦ੍ਰਿਸ਼ਟ ਅਗੋਚਰ ਰਚਨਾ ਦੇ ਗੋਜ ਗਿਆਨ ਪਰਥਾਏ ਹੀ ਇਹ ਕਹਿਣਾ ਬਣਦਾ ਹੈ ਕਿ ਕਹਿਬੇ ਕੋ ਸ਼ੋਭਾ ਨਹੀਂ, ਦੇਖਾ ਹੀ ਪਰਵਾਨ। ਅਲਪੱਗ ਜੀਵਾਂ ਦੀਆਂ ਸਹਿਜ ਸਿਆਣਪੀ ਮੱਤਾਂ, ਗੂੜ ਤੋਂ ਗੂੜ ਲਾਜਿਕ ਫਿਲਾਸਫੀਆਂ ਅਤੇ ਸਾਇੰਸ ਵਿਦਿਆ ਦਾਨਸ਼ਾਂ ਕਿਆਫਾ ਦਾਨੀਆਂ ਵੀ ਇਸ ਇਲਮੁਲ ਗੈਬੀ ਭੇਦ ਦੇ ਤੱਤ ਨੂੰ ਨਹੀਂ ਜਾਣ ਸਕਦੀਆਂ। ਗੁਰਮਤ ਦੇ ਸ਼ਰਧਾਲੂ ਜਨ ਕੇਵਲ ਸਥੂਲ ਗਿਆਨ ਸੰਪੰਨੇ ਪੰਜ ਇੰਦਰੀਆਂ ਦੀ ਸ਼ਹਾਦਤ ਉੱਤੇ ਹੀ ਇਲਮੁਲ ਗੈਬ ਦੇ ਗਿਆਨ ਦਾ ਨਿਰਭਰ ਨਹੀਂ ਰੱਖਦੇ। ਉਹਨਾਂ ਦੀ ਦਿਵ ਦ੍ਰਿਸ਼ਟੀ ਅੰਤਰੀਵੀ ਅਖੜੀਆਂ ਨੂੰ ਜਦੋਂ ਅੰਦਰਲਾ ਚਾਨਣਾ ਹੁੰਦਾ ਹੈ ਤਾਂ ਆਪੇ ਹੀ ਸਾਰੇ ਗੂੜ ਗੁਪਤ ਭੇਦ ਖੁੱਲ ਜਾਂਦੇ ਹਨ। ਇਸ ਅੰਤਰੀਵੀ ਤਤ ਆਤਮ ਗਿਆਨ ਦ੍ਰਿਸ਼ਟ ਦੇ ਬੇਤੇ ਹੋਣ ਤੋਂ ਪਹਿਲਾਂ ਤਿਨਾਂ ਦੀ ਸ਼ਰਧਾ ਗੁਰਵਾਕਾਂ ਦੀ ਸਤਤਾ ਉੱਤੇ ਪੱਕੀ ਪ੍ਰਤੀਤ ਵਾਲੀ ਹੁੰਦੀ ਹੈ। ਉਹ ਇਹਨਾਂ ਗੁੰਮਰਾਹਕੁਨ ਗਿਆਨ ਵਾਲੇ ਇੰਦਰੀਆਂ ਦੇ ਮਗਰ ਨਹੀਂ ਲੱਗਦੇ ਅਤੇ ਇਹਨਾਂ ਮਗਰ ਲੱਗ ਕੇ ਗੁਰਵਾਕਾਂ ਦੀ ਤਤ ਸਤਤਾ ਤੋਂ ਮੁਨਕਰ ਨਹੀਂ ਹੁੰਦੇ। ਉਹਨਾਂ ਦ੍ਰਿੜ ਕਰਕੇ ਇਸ ਗੱਲ ਨੂੰ ਗਹਿਆ ਹੋਇਆ ਹੁੰਦਾ ਹੈ ਕਿ ਜੋ ਕੁਝ ਗੁਰਬਾਣੀ ਆਖਦੀ ਹੈ ਸੋ ਸਭ ਸਤ ਸਤ ਹੈ, ਹੋਰ ਕੱਚਮਤੀਆਂ ਸਭ ਕੂੜੀਆਂ ਹਨ। ਗੁਰਵਾਕਾਂ ਦੀ ਇਹ ਸ਼ਰਧਾ ਭਾਵਨੀ ਤਿਨਾਂ ਨੂੰ ਪਰਮਾਰਥ ਦੇ ਤੱਤ ਖੋਜੀ ਬਣਾਉਂਦੀ ਹੋਈ ਅਤੇ ਗੁਰਬਚਨਾਂ ਦੀ ਕਮਾਈ ਕਰਾਉਂਦੀ ਹੋਈ ਗੁਪਤ ਰਚਨਾ ਦੇ ਸਭ ਭੇਦ ਖੋਲ ਦਿੰਦੀ ਹੈ, ਜਿਸ ਤਤ ਲਖਤਾ ਵਾਲੀ ਆਤਮ ਅਵਸਥਾ ਨੂੰ ਉਹ ਅੰਦਰੋਂ ਅੰਦਰ ਮਾਣ ਕੇ ਵਿਗਸਦੇ ਅਤੇ ਬਿਸਮ ਆਨੰਦੀ ਹੋਣਦੇ ਹਨ। ਜਪਜੀ ਸਾਹਿਬ ਦੀ ਪਿਛਲੀ ਪੌੜੀ ਵਿੱਚ ਵਰਣਨ ਕੀਤੇ ਧਰਮਖੰਡ ਦੇ ਬਿਰਤਾਂਤ ਨੂੰ ਅਗਲੀ 35ਵੀਂ ਪੌੜੀ ਦੇ ਆਰੰਭ ਵਿੱਚ ਹੀ ਗੁਰੂ ਸਾਹਿਬ ਇਉਂ ਨਿਯਮਾਉਂਦੇ ਹਨ, ਧਰਮਖੰਡ ਕਾ ਇਹੋ ਧਰਮ। ਅਰਥਾਤ ਉੱਪਰਲੀ ਪੌੜੀ ਵਿੱਚ ਨਿਰੂਪਨ ਅਤੇ ਵਰਣਨ ਕੀਤਾ ਨਿਰਣਾ ਹੀ ਧਰਮਖੰਡ ਦਾ ਤਤ ਨਿਯਮਾਵਲੀ ਬਿਰਤਾਂਤ ਹੈ।